ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ, ਲੋਕ ਪਰਲੋਕ ਸਹਾਏ, ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ, ਦੋ ਜਹਾਂ ਮਾਲਕ, ਗੱਦੀ ਤੇ ਬਿਰਾਜਮਾਨ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ। ਮੁੱਖ ਵਾਕ ਦੇ ਅੱਖਰੀ ਵਿਚਾਰ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਅੱਖਰੀ ਅਰਥ ਇਸ ਪ੍ਰਕਾਰ ਹਨ ਜੀ। ਅੱਜ ਦੇ ਪਾਵਨ ਹੁਕਮ, ਅੱਜ ਦੇ ਪਾਵਨ ਮੁੱਖ ਵਾਕ, ਗੁਰੂ ਨਾਨਕ ਦੀ ਤੀਸਰੀ ਜੋਤ, ਤੀਸਰਾ ਜਾਮਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਤਿੰਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਵੱਡ ਹੰਸ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਪਾਵਨ ਅੰਗ 571 ਦੇ ਉੱਪਰ ਸੁਭਾਏਮਾਨ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਸੰਗਤਾਂ ਆਪਣੀਆਂ ਹਾਜ਼ਰੀਆਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਗਾਓ, ਹੱਥ ਜੋੜੋ, ਮਸਤਕ ਝੁਕਾਓ, ਗੱਜ ਕੇ ਫਤਿਹ ਬੁਲਾਓ ਜੀ ਕਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪ੍ਰਵਾਨ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਬਿਰਤੀਆਂ ਇਕਾਗਰ ਚਿੱਤ ਕਰੋ। ਆਪਾਂ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਨਾਲ, ਅੱਜ ਦੇ ਪਾਵਨ ਮੁੱਖ ਵਾਕ ਦੇ ਸ਼ਬਦੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵੱਡ ਹੰਸ ਮਹਲਾ ਤੀਜਾ। ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ, ਅੰਤ ਸੱਚ ਨਬੇੜਾ ਰਾਮ। ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ, ਅੰਤ ਸੱਚ ਨਬੇੜਾ ਰਾਮ। ਸਾਧ ਸੰਗਤ ਜੀ, ਸਮਝਣ ਦਾ ਯਤਨ ਕਰਿਓ। ਮੇਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅੱਜ ਦੇ ਪਾਵਨ ਹੁਕਮ ਦੀ ਪਹਿਲੀ ਪੰਕਤੀ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ। ਇਹ ਮਨ ਮੇਰਿਆ ਆਵਾ ਗੌਣ ਸੰਸਾਰ ਹੈ। ਆਵਾ ਗੌਣ ਕਹਿੰਦੇ ਨੇ ਜਗਤ ਦੇ ਵਿੱਚ ਆਣਾ ਤੇ ਜਗਤ ਤੋਂ ਜਾਣਾ, ਭਾਵ ਜਨਮ ਅਤੇ ਮਰਨ। ਆਵਾ ਗੌਣ ਆਉਣਾ ਤੇ ਜਾਣਾ ਕਿੱਥੇ? ਮਾਤ ਲੋਕ ਦੇ ਉੱਪਰ, ਇਸ ਸ੍ਰਿਸ਼ਟੀ ਦੇ ਉੱਪਰ, ਸੰਸਾਰ ਦੇ ਵਿੱਚ ਆਉਣਾ ਤੇ ਜਾਣਾ, ਜਨਮ ਅਤੇ ਮਰਨ, ਸੰਸਾਰ ਜਗਤ ਦਾ ਮੋਹ। ਅੰਤ ਸੱਚ ਨਬੇੜਾ ਰਾਮ। ਅੰਤ ਕਹਿੰਦੇ ਨੇ ਆਖਰ ਨੂੰ। ਸੱਚ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਵਿੱਚ ਜੁੜਿਆ, ਨਬੇੜਾ ਔਗਣਾ ਦਾ ਖਾਤਮਾ। ਹੇ ਮੇਰੇ ਮਨ, ਜਗਤ ਤਾਂ ਜਨਮ ਮਰਨ ਦਾ ਗੇੜ ਹੈ, ਆਖਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਵਿੱਚ ਜੁੜਿਆ ਹੀ ਇਸ ਦੇ ਵਿੱਚੋਂ ਨਿਕਲਿਆ ਜਾਂਦਾ ਹੈ। ਇਹ ਸੰਸਾਰ ਆ ਸਾਧ ਸੰਗਤ ਜੀ, ਜਿਹੜਾ
ਇਹ ਜਨਮ ਅਤੇ ਮਰਨ ਦਾ ਗੇੜ ਹੈ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਵਿੱਚ ਜੁੜਿਆ ਹੀ ਇਸ ਦੇ ਵਿੱਚੋਂ ਨਿਕਲਿਆ ਜਾ ਸਕਦਾ ਹੈ। ਆਪੇ ਸੱਚਾ ਬਖਸ਼ ਲਏ, ਫਿਰ ਹੋਏ ਨਾ ਫੇਰਾ ਰਾਮ। ਆਪੇ ਸੱਚਾ ਬਖਸ਼ ਲਏ, ਫਿਰ ਹੋਏ ਨਾ ਫੇਰਾ ਰਾਮ। ਸੱਚਾ ਕਹਿੰਦੇ ਨੇ ਸਦਾ ਥਿਰ ਰਹਿਣ ਵਾਲੇ ਪ੍ਰਭੂ। ਜਦੋਂ ਸਦਾ ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਬਖਸ਼ਦਾ ਹੈ ਤਾਂ ਹੀ ਜਗਤ ਦੇ ਵਿੱਚ ਮੁੜ ਮੁੜ ਫੇਰਾ ਨਹੀਂ ਪਾਉਣਾ ਪੈਂਦਾ। ਜਦੋਂ ਸਦਾ ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਬਖਸ਼ਦਾ ਹੈ, ਬਖਸ਼ਿਸ਼ ਕਰਦਾ ਹੈ, ਰਹਿਮਤ ਕਰਦਾ ਹੈ, ਤਾਂ ਜਗਤ ਦੇ ਵਿੱਚ ਮੁੜ ਮੁੜ ਫੇਰਾ ਨਹੀਂ ਪਾਉਣਾ ਪੈਂਦਾ। ਫਿਰ ਹੋਏ ਨਾ ਫੇਰਾ, ਅੰਤ ਸੱਚ ਨਬੇੜਾ। ਗੁਰਮੁਖ ਮਿਲੈ ਵਡਿਆਈ। ਫਿਰ ਹੋਏ ਨਾ ਫੇਰਾ, ਅੰਤ ਸੱਚ ਨਬੇੜਾ। ਗੁਰਮੁਖ ਮਿਲੇ ਵਡਿਆਈ। ਗੁਰਮੁਖ ਕਹਿੰਦੇ ਨੇ ਗੁਰੂ ਦੀ ਸ਼ਰਨ ਪਿਆ। ਗੁਰੂ ਦੀ ਸ਼ਰਨ ਪੈਣ ਵਾਲੇ ਨੂੰ ਫਿਰ ਉਸ ਨੂੰ ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਮਿਲਦਾ ਤੇ ਸਦਾ ਦੇ ਲਈ ਇਹ ਟੈਂਟਾ ਖਤਮ ਹੋ ਜਾਂਦਾ ਹੈ। ਉਸ ਨੂੰ ਇੱਜ਼ਤ ਮਿਲਦੀ ਹੈ ਕਿੱਥੋਂ? ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਤੋਂ, ਉਸ ਦੀ ਦਰਗਾਹ ਦੇ ਵਿੱਚੋਂ ਫਿਰ ਇੱਜ਼ਤ ਸਨਮਾਨ ਸਾਧ ਸੰਗਤ ਜੀ ਉਸ ਮਨੁੱਖ ਨੂੰ, ਉਸ ਜੀਵ ਨੂੰ ਮਿਲਦਾ ਹੈ। ਕਿਸ ਨੂੰ ਮਿਲਦਾ ਹੈ? ਗੁਰੂ ਦੀ ਸ਼ਰਨ ਪੈਣ ਵਾਲੇ ਨੂੰ। ਜਿਹੜਾ ਮਨੁੱਖ, ਜਿਹੜਾ ਜੀਵ ਉਸ ਮਾਲਕ ਦੀ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪੈਂਦਾ ਹੈ, ਉਸ ਨੂੰ ਜਨਮ ਮਰਨ ਦਾ ਗੇੜ ਆ ਜਿਹੜਾ ਉਹ ਨਹੀਂ ਮਿਲਦਾ। ਭਾਵ ਜਨਮ ਅਤੇ ਮਰਨ ਦੇ ਗੇੜ ਤੋਂ ਉਹ ਮੁਕਤ ਹੋ ਜਾਂਦਾ ਹੈ ਤੇ ਉਸ ਨੂੰ ਇੱਜ਼ਤ ਮਿਲਦੀ ਹੈ। ਕਿੱਥੋਂ ਮਿਲਦੀ ਹੈ ਸਾਧ ਸੰਗਤ ਜੀ? ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ। ਸਾਚੇ ਰੰਗ ਰਾਤੇ ਸਹਿਜੇ ਮਾਤੇ, ਸਹਿਜੇ ਰਹੇ ਸਮਾਈ। ਸਾਚੇ ਰੰਗ ਰਾਤੇ ਸਹਿਜੇ ਮਾਤੇ, ਸਹਿਜੇ ਰਹੇ ਸਮਾਈ। ਰੰਗ ਕਹਿੰਦੇ ਨੇ ਪ੍ਰੇਮ ਰੰਗ ਦੇ ਵਿੱਚ ਰਾਤੇ ਰੰਗੇ ਹੋਏ, ਸਹਿਜੇ ਆਤਮਿਕ ਅਡੋਲਤਾ ਦੇ ਵਿੱਚ ਮਾਤੇ ਮਸਤ। ਜਿਹੜੇ ਸਦਾ ਥਿਰ ਹਰੀ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਉਹ ਆਤਮਿਕ ਅਡੋਲਤਾ ਵਿੱਚ ਮਸਤ ਰਹਿੰਦੇ ਨੇ ਤੇ ਆਤਮਿਕ ਅਡੋਲਤਾ ਦੇ ਰਾਹੀਂ ਹੀ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦੇ ਹਨ। ਸੱਚਾ ਮਨ ਭਾਇਆ ਸੱਚ ਵਸਾਇਆ, ਸ਼ਬਦ ਰਤੇ ਅੰਤ ਨਬੇਰਾ। ਸੱਚਾ ਮਨ ਭਾਇਆ ਸੱਚ ਵਸਾਇਆ, ਸ਼ਬਦ ਰਤੇ ਅੰਤ ਨਬੇੜਾ। ਮਨ ਕਹਿੰਦੇ ਨੇ ਮਨ ਦੇ ਵਿੱਚ ਸੱਚ ਸਦਾ ਥਿਰ ਪ੍ਰਭੂ ਸ਼ਬਦ, ਗੁਰੂ ਦੇ ਸ਼ਬਦ ਵਿੱਚ ਜਿਨ੍ਹਾਂ ਨੂੰ ਸਦਾ ਥਿਰ ਰਹਿਣ ਵਾਲੇ ਪ੍ਰਭੂ ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ ਸਦਾ ਥਿਰ ਪ੍ਰਭੂ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਹਨ ਤੇ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਨੇ। ਉਹਨਾਂ ਦੇ ਜਨਮ ਮਰਨ ਦਾ ਆਖਰ ਖਾਤਮਾ ਹੋ ਜਾਂਦਾ ਹੈ। ਜਿਨ੍ਹਾਂ ਨੂੰ ਸਦਾ ਥਿਰ ਰਹਿਣ ਵਾਲਾ ਪ੍ਰਭੂ ਮਨ ਦੇ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ। ਸੱਚਾ ਮਨ ਭਾਇਆ ਸੱਚ ਵਸਾਇਆ, ਸ਼ਬਦ ਰਤੇ ਅੰਤ ਨਬੀਰਾ। ਜਿਨ੍ਹਾਂ ਨੂੰ ਸਦਾ ਥਿਰ ਰਹਿਣ ਵਾਲਾ ਪ੍ਰਭੂ ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ ਸਦਾ ਥਿਰ ਪ੍ਰਭੂ ਦੇ ਨਾਂ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਨੇ, ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਨੇ। ਉਹਨਾਂ ਦੇ ਜਨਮ ਮਰਨ ਦਾ ਆਖਰ ਖਾਤਮਾ ਹੋ ਜਾਂਦਾ ਹੈ। ਨਾਨਕ ਨਾਮ ਰਤੇ ਸੇ ਸੱਚ ਸਮਾਣੇ, ਬਹੁਰ ਨ ਭਵ ਜਲ ਫੇਰਾ। ਨਾਨਕ ਨਾਮ ਰਤੇ ਸੇ ਸੱਚ ਸਮਾਣੇ, ਬਹੁਰ ਨ ਭਵ ਜਲ ਫੇਰਾ। ਨਾਮ ਕਹਿੰਦੇ ਨੇ ਨਾਮ ਦੇ ਵਿੱਚ ਬਹੁਰ ਮੁੜ ਫਿਰ ਭਵ ਜਲ ਸੰਸਾਰ ਸਮੁੰਦਰ ਦੇ ਵਿੱਚ। ਹੈ ਨਾਨਕ ਪ੍ਰਭੂ ਦੇ ਨਾਮ ਰੰਗ ਦੇ ਵਿੱਚ ਰੰਗੇ ਹੋਏ ਮਨੁੱਖ ਸਦਾ ਥਿਰ ਪ੍ਰਭੂ ਦੇ ਵਿੱਚ ਲੀਨ ਹੋ ਜਾਂਦੇ ਨੇ। ਉਹਨਾਂ ਨੂੰ ਸੰਸਾਰ ਸਮੁੰਦਰ ਦੇ ਵਿੱਚ ਮੁੜ ਮੁੜ ਫੇਰਾ ਨਹੀਂ ਪਾਉਣਾ ਪੈਂਦਾ। ਹੈ ਨਾਨਕ ਪ੍ਰਭੂ ਦੇ ਨਾਮ ਵਿੱਚ ਰੰਗ ਵਿੱਚ ਰੰਗੇ ਹੋਏ ਮਨੁੱਖ
ਸਦਾ ਥਿਰ ਪ੍ਰਭੂ ਦੇ ਵਿੱਚ ਲੀਨ ਹੋ ਜਾਂਦੇ ਨੇ, ਉਹਨਾਂ ਨੂੰ ਸੰਸਾਰ ਸਮੁੰਦਰ ਦੇ ਵਿੱਚ ਮੁੜ ਮੁੜ ਫੇਰਾ ਨਹੀਂ ਪਾਉਣਾ ਪੈਂਦਾ। ਮਾਇਆ ਮੋਹ ਸਭ ਬਰਲ ਹੈ, ਦੂਜੇ ਭਾਏ ਖੁਆਈ ਰਾਮ। ਮਾਇਆ ਮੋਹ ਸਭ ਬਰਲ ਹੈ, ਦੂਜੇ ਭਾਏ ਖੁਆਈ ਰਾਮ। ਸਭ ਕਹਿੰਦੇ ਨੇ ਸਾਰਾ ਨਿਰਾ ਬਰਲ ਪਾਗਲਪਣ ਚੱਲ। ਦੂਜੇ ਪਾਏ ਮਾਇਆ ਦੇ ਮੋਹ ਵਿੱਚ ਖੁਆਈ ਕੁਰਾਹੇ ਪਈ ਹੋਈ। ਮਾਇਆ ਦਾ ਮੋਹ ਨਿਰਾ ਪੂਰਾ ਪਾਗਲਪਨ ਹੈ, ਜਿਸ ਕਾਰਨ ਸਹੀ ਜੀਵਨ ਰਾਹ ਖੁੰਝੀ ਜਾ ਰਹੀ ਹੈ। ਮਾਤ ਪਿਤਾ ਸਭ ਹੇਤ ਹੈ, ਹੇਤੇ ਪਲ ਚਾਈ ਰਾਮ। ਮਾਤ ਪਿਤਾ ਸਭ ਹੇਤ ਹੈ, ਹੇਤੇ ਪਲ ਚਾਈ ਰਾਮ। ਹੇਤ ਕਹਿੰਦੇ ਨੇ ਮੂੰਹ ਨੂੰ, ਹੇਤੇ ਮੂੰਹ ਦੇ ਵਿੱਚ, ਪਲਚਾਈ ਉਲਝੀ ਹੋਈ, ਫਸੀ ਹੋਈ। ਮਾਂ ਪਿਓ ਤਾਂ ਨੀਰਾ ਮੂੰਹ ਏ, ਇਸ ਮੂੰਹ ਦੇ ਵਿੱਚ ਹੀ ਦੁਨੀਆ ਉਲਝੀ ਪਈ ਹੈ। ਹੇਤੇ ਪਲ ਚਾਈ ਪੂਰਬ ਕਮਾਈ, ਮਿਟ ਨਾ ਸਕੈ ਕੋਈ। ਪੂਰਬ ਕਹਿੰਦੇ ਨੇ ਪਹਿਲੇ ਜਨਮ ਦੇ ਵਿੱਚ, ਹੇਤੇ ਪਲ ਚਾਈ ਪੂਰਬ ਕਮਾਈ, ਮਿਟ ਨਾ ਸਕੈ ਕੋਈ। ਪੂਰਬਲੇ ਜਨਮਾਂ ਦੇ ਵਿੱਚ ਕੀਤੇ ਕਰਮਾਂ ਅਨੁਸਾਰ ਲੁਕਾਈ ਮੂੰਹ ਦੇ ਵਿੱਚ ਫਸੀ ਰਹਿੰਦੀ ਹੈ। ਮਨੁੱਖ ਇਸ ਨੂੰ ਮਿਟਾ ਨਹੀਂ ਸਕਦਾ। ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ, ਤਿਸ ਜੇ ਵਡ ਅਵਰ ਨ ਕੋਈ। ਜਿਨ ਸ੍ਰਿਸ਼ਟ ਸਾਜੀ, ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ, ਤਿਸ ਜੇ ਵਡ ਅਵਰ ਨ ਕੋਈ। ਜਿਨ ਕਹਿੰਦੇ ਨੇ ਜਿਸ ਕਰਤਾਰ ਨੇ ਕਰ ਕਰਕੇ ਮਾਇਆ ਦਾ ਮੋਹ ਰਚ ਕੇ, ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਹ ਮਾਇਆ ਦਾ ਮੋਹ ਰਚ ਕੇ ਤਮਾਸ਼ਾ ਵੇਖ ਰਿਹਾ ਹੈ। ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ। ਮਨਮੁਖ ਅੰਧਾ ਤਪ ਤਪ ਖਪੈ, ਬਿਨ ਸ਼ਬਦੈ ਸ਼ਾਂਤ ਨ ਆਈ। ਮਨਮੁਖ ਅੰਧਾ ਤਪ ਤਪ ਖਪੈ, ਬਿਨ ਸ਼ਬਦੈ ਸ਼ਾਂਤ ਨ ਆਈ। ਮਨਮੁਖ ਕਹਿੰਦੇ ਨੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਤਪ ਤਪ ਸੜ ਸੜ ਕੇ ਖਪੇ ਦੁਖੀ ਹੁੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਅੰਨਾ ਹੋ ਕੇ, ਮੋਹ ਦੇ ਵਿੱਚ ਸੜ ਸੜ ਕੇ ਦੁਖੀ ਹੁੰਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾਂ ਉਸ ਨੂੰ ਸ਼ਾਂਤੀ ਨਹੀਂ ਮਿਲ ਸਕਦੀ। ਨਾਨਕ ਬਿਨ ਨਾਵੈ ਸਭ ਕੋਈ ਭੂਲਾ, ਮਾਇਆ ਮੋਹ ਖਵਾਈ। ਨਾਨਕ ਬਿਨ ਨਾਵੈ ਸਭ ਕੋਈ ਭੂਲਾ, ਮਾਇਆ ਮੋਹ ਖਵਾਈ। ਮੋਹ ਕਹਿੰਦੇ ਨੇ ਮੋਹ ਦੇ ਵਿੱਚ, ਹੈ ਨਾਨਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਹਰੇਕ ਜੀਵ ਕੁਰਾਹੇ ਪਿਆ ਹੋਇਆ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਹਰੇਕ ਜੀਵ ਕੁਰਾਹੇ ਪਿਆ ਹੋਇਆ ਹੈ, ਤੇ ਮਾਇਆ ਦੇ ਮੋਹ ਕਾਰਨ ਹੀ ਸਹੀ ਜੀਵਨ ਰਾਹ ਤੋਂ ਖੁੰਝਾ ਹੋਇਆ ਹੈ। ਸਮਝਣ ਦਾ ਯਤਨ ਕਰਿਓ ਸਾਧ ਸੰਗਤ ਜੀ। ਪਾਤਸ਼ਾਹ ਕਹਿੰਦੇ ਨੇ ਨਾਨਕ ਬਿਨ ਨਾਵੇ। ਹੇ ਨਾਨਕ, ਪਰਮਾਤਮਾ ਦੇ ਨਾਮ ਤੋਂ ਬਿਨਾਂ, ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ, ਸਿਫਤ ਸਲਾਹ, ਸੇਵਾ ਸਿਮਰਨ ਤੋਂ ਬਗੈਰ ਹਰੇਕ ਜੀਵ ਕੁਰਾਹੇ ਪਿਆ ਹੋਇਆ ਹੈ, ਤੇ ਮਾਇਆ ਦੇ ਮੋਹ ਕਾਰਨ ਸਹੀ ਜੀਵਨ ਰਾਹ ਤੋਂ ਖੁੰਝਾ ਹੋਇਆ ਹੈ। ਇਹੋ ਜਗ ਜਲਤਾ ਦੇਖ ਕੇ, ਭਜ ਪਏ ਹਰ ਸਰਨਾਈ ਰਾਮ। ਇਹੋ ਜਗ ਜਲਤਾ ਦੇਖ ਕੇ, ਭਜ ਪਏ ਹਰ ਸਰਨਾਈ ਰਾਮ। ਇਹ ਸੰਸਾਰ ਨੂੰ ਵਿਕਾਰਾਂ ਦੇ ਵਿੱਚ ਸੜਦਾ ਵੇਖ ਕੇ ਜਿਹੜੇ ਮਨੁੱਖ ਦੌੜ ਕੇ ਪਰਮਾਤਮਾ ਦੀ ਸ਼ਰਨ ਜਾ ਪੈਂਦੇ ਨੇ, ਉਹ ਸੜਨੋਂ ਬਚ ਜਾਂਦੇ ਨੇ। ਜਿਹੜੇ ਮਨੁੱਖ, ਜਿਹੜੇ ਜੀਵ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਲੈ ਲੈਂਦੇ ਨੇ, ਤਾਂ ਪਾਤਸ਼ਾਹ ਕਹਿੰਦੇ ਨੇ ਕਿ ਉਹ ਸੜਨੋਂ ਬਚ ਜਾਂਦੇ ਹਨ। ਅਰਦਾਸ ਕਰੀ ਗੁਰ ਪੂਰੇ ਆਗੇ, ਰੱਖ ਲੇਵੋ ਦੇਹ ਵਡਾਈ ਰਾਮ। ਅਰਦਾਸ ਕਰੀ ਗੁਰ ਪੂਰੇ ਆਗੇ, ਰੱਖ ਲੇਵੋ ਦੇਹ ਵਡਿਆਈ ਰਾਮ। ਕਰੀ ਤੋਂ ਭਾਵ ਮੈਂ ਕਰਦਾ ਹਾਂ ਵਡਾਈ, ਇੱਜ਼ਤ। ਮੈਂ ਪੂਰੇ ਗੁਰੂ ਦੇ ਅੱਗੇ ਅਰਜ਼ੋਈ ਕਰਦਾ ਹਾਂ। ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ, ਬੇਨਤੀ, ਜੋਦੜੀ, ਪ੍ਰਾਰਥਨਾ ਕਰਦਾ ਹਾਂ
ਕਿ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਮੈਨੂੰ ਵਿਕਾਰਾਂ ਦੇ ਸੜਨ ਤੋਂ ਬਚਾ ਲੈ, ਮੈਨੂੰ ਇਹ ਵਡਿਆਈ ਬਖਸ਼। ਕਿਹੜੀ ਅਰਦਾਸ ਕਰਨੀ ਆ ਸਾਧ ਸੰਗਤ ਜੀ? ਜਦੋਂ ਆਪਾਂ ਗੁਰੂ ਘਰ ਹਾਜ਼ਰੀ ਭਰਦੇ ਹਾਂ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਨਮੁਖ ਖੜ੍ਹਦੇ ਹਾਂ, ਤਾਂ ਕਿਹੜੀ ਅਰਦਾਸ ਕਰਨੀ ਹੈ ਸਾਧ ਸੰਗਤ ਜੀ? ਅਰਦਾਸ ਕਰੀ ਗੁਰ ਪੂਰੇ ਆਗੇ। ਹੁਣ ਪੂਰੇ ਗੁਰੂ ਦੇ ਅੱਗੇ ਕਰਨੀ ਆ, ਅਧੂਰੇ ਗੁਰੂ ਦੀ ਗੱਲ ਨਹੀਂ ਹੋ ਰਹੀ। ਅਧੂਰੇ ਗੁਰੂ ਕਿਹੜੇ ਨੇ ਸਾਧ ਸੰਗਤ ਜੀ? ਆ ਜਿਹੜਾ ਦੇਹਧਾਰੀ ਗੁਰੂ ਡੰਮ ਚੱਲਿਆ ਹੋਇਆ, ਆ ਜਿਹੜੇ ਦੇਹਧਾਰੀ ਗੁਰੂ ਬੈਠੇ ਹੋਏ ਨੇ, ਇਹ ਅਧੂਰੇ ਗੁਰੂ ਨੇ। ਤੇ ਪਾਤਸ਼ਾਹ ਕਹਿੰਦੇ ਨੇ ਅਰਦਾਸ ਕਰਨੀ ਹੈ ਤਾਂ ਹੀ ਸੰਪੂਰਨ ਹੋਏਗੀ। ਤੇ ਕਰਨੀ ਕਿਸ ਦੇ ਅੱਗੇ ਆ? ਪੂਰੇ ਗੁਰੂ ਦੇ ਅੱਗੇ। ਤੇ ਕਰਨੀ ਕੀ ਹੈ ਇਹ ਵੀ ਸਾਧ ਸੰਗਤ ਜੀ ਦੱਸਤਾ ਮੇਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਹੋਰਾਂ ਨੇ ਕਿ ਭਾਈ ਅਰਦਾਸ ਕੀ ਕਰਨੀ ਹੈ? ਰੱਖ ਲੇਵੋ ਦੇਹੋ ਵਡਿਆਈ ਰਾਮ, ਕਿ ਮੈਨੂੰ ਵਿਕਾਰਾਂ ਦੀ ਸੜਨ ਤੋਂ ਬਚਾ ਲੈ ਤੇ ਮੈਨੂੰ ਇਹ ਵਡਿਆਈ ਬਖਸ਼। ਰੱਖ ਲੇਵੋ ਸਰਨਾਈ ਹਰ ਨਾਮ ਵਡਾਈ, ਤੁਧ ਜੇ ਵਡਿਆਵਰ ਨਾ ਦਾਤਾ। ਰੱਖ ਲੇਵੋ ਸਰਨਾਈ ਹਰ ਨਾਮ ਵਡਾਈ, ਤੁਧ ਜੇ ਵਡਿਆਵਰ ਨਾ ਦਾਤਾ। ਵਡਾਈ ਕਹਿੰਦੇ ਨੇ ਵਡਿਆਈ ਨੂੰ, ਇੱਜ਼ਤ ਨੂੰ ਅਵਰ ਕੋਈ ਹੋਰ ਦਾਤਾ, ਬਖਸ਼ਿਸ਼ਾਂ ਕਰਨ ਵਾਲਾ। ਮੈਨੂੰ ਆਪਣੀ ਸ਼ਰਨ ਵਿੱਚ ਰੱਖ ਤੇ ਪ੍ਰਮਾਤਮਾ ਦਾ ਨਾਮ ਜਪਣ ਦੀ ਵਡਿਆਈ ਬਖਸ਼। ਇਹ ਦਾਤ ਬਖਸ਼ਣ ਦੀ ਸਮਰੱਥਾ ਰੱਖਣ ਵਾਲਾ ਤੇਰੇ ਜਿੱਡਾ ਹੋਰ ਕੋਈ ਨਹੀਂ। ਸਾਧ ਸੰਗਤ ਜੀ, ਜੋ ਸਰਨ ਆਵੈ ਤਿਸ ਕੰਠ ਲਾਵੈ। ਜਿਹੜਾ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਸਰਨ ਦੇ ਵਿੱਚ ਆ ਜਾਂਦਾ ਤਾਂ ਮੇਰੇ ਪਾਤਸ਼ਾਹ ਉਸ ਨੂੰ ਕੰਠ ਭਾਵ ਗਲ ਦੇ ਨਾਲ ਲਾ ਲੈਂਦੇ ਨੇ। ਰੱਖ ਲੇਵੋ ਸਰਨਾਈ, ਮੈਨੂੰ ਆਪਣੀ ਸਰਨ ਦੇ ਵਿੱਚ ਰੱਖ ਕੇ ਹਰ ਨਾਮ ਵਡਾਈ, ਹਰੀ ਦਾ ਨਾਮ, ਪਰਮਾਤਮਾ ਦਾ ਨਾਮ ਜਪਣ ਦੀ ਵਡਿਆਈ ਬਖਸ਼। ਤੁਧ ਜੇਵੜ ਦਾਤਾ, ਤੁਧ ਜੇਵੜ ਅਵਰ ਨਾ ਦਾਤਾ। ਇਹ ਦਾਤ ਬਖਸ਼ਣ ਦੀ ਸਮਰੱਥਾ ਰੱਖਣ ਵਾਲਾ ਤੇਰੇ ਜਿੱਡਾ ਹੋਰ ਕੋਈ ਨਹੀਂ ਹੈ। ਦੱਦਾ ਦਾਤਾ ਏਕ ਹੈ। ਸੇਵਾ ਲਾਗੇ ਸੇਵੜ ਭਾਗੈ, ਜੁਗ ਜੁਗ ਏਕੋ ਜਾਤਾ। ਜੁਗ ਜੁਗ ਏਕੋ ਤੋਂ ਭਾਵ ਜੋ ਹਰੇਕ ਯੁੱਗ ਵਿੱਚ ਇੱਕ ਹੀ ਆਪ ਹੈ। ਜਾਤਾ ਡੂੰਘੀ ਸਾਂਝ ਪਾਈ ਆ। ਜਿਹੜਾ ਮਨੁੱਖ ਪਰਮਾਤਮਾ ਦੀ ਸੇਵਾ ਭਗਤੀ ਵਿੱਚ ਲੱਗਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ। ਉਹ ਉਸ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਪਾ ਲੈਂਦੇ ਨੇ, ਜਿਹੜਾ ਹਰੇਕ ਯੁੱਗ ਦੇ ਵਿੱਚ ਇੱਕ ਆਪ ਹੀ ਆਪ ਹੈ। ਜਤ ਸਤ ਸੰਜਮ ਕਰਮ ਕਮਾਵੈ, ਬਿਨ ਗੁਰ ਗਤ ਨਹੀਂ ਪਾਈ। ਜਤ ਕਹਿੰਦੇ ਨੇ ਕਾਮ ਵਾਸਨਾ ਨੂੰ ਰੋਕਣ ਦਾ ਯਤਨ, ਸਤ ਉੱਚਾ ਆਚਰਨ, ਸੰਜਮ ਇੰਦਰੀਆਂ ਨੂੰ ਵਸ ਵਿੱਚ ਕਰਨ ਦਾ ਯਤਨ, ਗਤ ਉੱਚੀ ਆਤਮਕ ਅਵਸਥਾ। ਭਾਵੇਂ ਕੋਈ ਜਤ ਸਤ ਸੰਜਮ ਆਦਿਕ ਕਰਮ ਕਮਾਵੇ, ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ। ਨਾਨਕ ਤਿਸਨੋ ਸ਼ਬਦ ਬੁਝਾਏ, ਜੋ ਜਾਏ ਪਵੈ ਹਰਿ ਸਰਨਾਈ। ਨਾਨਕ ਤਿਸਨੂੰ ਸ਼ਬਦ ਬੁਝਾਏ, ਜੋ ਜਾਏ ਪਵੈ ਹਰਿ ਸਰਨਾਈ। ਹੈ ਨਾਨਕ, ਜਿਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਜਾ ਪੈਂਦਾ ਹੈ, ਪਰਮਾਤਮਾ ਉਸ ਨੂੰ ਗੁਰੂ ਦਾ ਸ਼ਬਦ ਸਮਝਣ ਦੀ ਦਾਤ ਬਖਸ਼ਦਾ ਹੈ। ਜੋ ਹਰ ਮਤ ਦੇ ਸਾ ਉਪਜੈ, ਹੋਰ ਮਤ ਨਾ ਕਾਈ ਰਾਮ। ਜੋ ਹਰ ਮਤ ਦੇ ਸਾ ਉਪਜੈ, ਹੋਰ ਮਤ ਨਾ ਕਾਈ ਰਾਮ। ਦੇ ਤੋਂ ਭਾਵ ਦਿੰਦਾ ਹੈ ਪਰਮਾਤਮਾ ਜਿਹੜੀ ਅਕਲ ਮਨੁੱਖ ਨੂੰ ਦਿੰਦਾ ਏ, ਮਤ ਦਿੰਦਾ ਏ, ਉਹ ਮਤ ਪ੍ਰਗਟ ਹੁੰਦੀ ਹੈ ਪ੍ਰਭੂ ਦੀ ਦਿੱਤੀ ਮਤ ਤੋਂ ਬਿਨਾਂ। ਹੋਰ ਕੋਈ ਮਤ ਮਨੁੱਖ ਗ੍ਰਹਿਣ ਨਹੀਂ ਕਰ ਸਕਦਾ। ਅੰਤਰ ਬਾਹਰ ਏਕ ਤੂੰ, ਆਪੇ ਦੇਹ 부ਝਾਈ ਰਾਮ। ਅੰਤਰ ਬਾਹਰ ਏਕ ਤੂੰ, ਆਪੇ ਦੇ 부ਝਾਈ ਰਾਮ। ਦੇ ਤੋਂ ਭਾਵ ਤੂੰ ਦਿੰਦਾ ਹੈ, 부ਝਾਈ ਸਮਝ ਹੈ ਪ੍ਰਭੂ। ਹਰੇਕ ਜੀਵ ਦੇ ਅੰਦਰ ਅਤੇ ਬਾਹਰ ਸਿਰਫ ਤੂੰ ਹੀ ਵਸਦਾ ਹੈ। ਤੂੰ ਆਪ ਹੀ ਜੀਵ ਨੂੰ ਸਮਝਣ ਦੀ ਸਮਝ ਬਖਸ਼ਦਾ ਹੈ। ਆਪੇ ਦੇਹ 부ਝਾਈ ਅਵਰ ਨਾ ਭਾਈ, ਗੁਰਮੁਖ ਹਰ ਰਸ ਚਾਖਿਆ। ਭਾਈ ਤੋਂ ਭਾਵ ਪਸੰਦ ਨਹੀਂ ਆਉਂਦੀ ਹੈ ਪ੍ਰਭੂ। ਤੂੰ ਆਪ ਹੀ ਜੀਵਾਂ ਨੂੰ ਅਕਲ ਦਿੰਦਾ ਹੈ। ਤੇਰੀ ਦਿੱਤੀ ਹੋਈ ਅਕਲ ਤੋਂ ਬਿਨਾਂ ਕੋਈ ਹੋਰ ਜੀਵ,
ਕੋਈ ਹੋਰ ਅਕਲ ਜੀਵ ਨੂੰ ਪਸੰਦ ਨਹੀਂ ਆ ਸਕਦੀ। ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਦਾ ਸਵਾਦ ਚਖਦਾ ਹੈ। ਦਰ ਸਾਚੇ ਸਦਾ ਹੈ ਸਾਚਾ, ਸਾਚੇ ਸ਼ਬਦ ਸੁਭਾਖਿਆ। ਦਰ ਸਾਚੇ ਸਦਾ ਹੈ ਸਾਚਾ, ਸਾਚੇ ਸ਼ਬਦ ਸੁਭਾਖਿਆ। ਗੁਰੂ ਦੇ ਸ਼ਬਦ ਦੇ ਰਾਹੀਂ ਜਿਹੜਾ ਮਨੁੱਖ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਕਰਦਾ ਏ, ਉਹ ਸਦਾ ਥਿਰ ਪ੍ਰਭੂ ਦੇ ਦਰ ਤੇ ਸਦਾ ਅਡੋਲ ਚਿੱਤ ਟਿਕਿਆ ਰਹਿੰਦਾ ਹੈ। ਘਰ ਮਹਿ ਨਿਜ ਕਰ ਪਾਇਆ, ਸਤਿਗੁਰ ਦੇ ਵਡਾਈ। ਘਰ ਮਹਿ ਨਿਜ ਕਰ ਪਾਇਆ, ਸਤਿਗੁਰ ਦੇ ਵਡਾਈ। ਜਿਸ ਮਨੁੱਖ ਨੂੰ ਸਤਿਗੁਰੂ ਵਡਿਆਈ ਦਿੰਦਾ ਹੈ, ਉਹ ਆਪਣੇ ਹਿਰਦੇ ਵਿੱਚ ਹੀ ਪ੍ਰਭੂ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ। ਨਾਨਕ ਜੋ ਨਾਮ ਰਤੇ ਸੇਈ ਮਹਲ ਪਾਇਨ, ਮਤ ਪਰਵਾਨ ਸਚ ਸਾਈ। ਨਾਨਕ ਜੋ ਨਾਮ ਰਤੇ ਸੇਈ ਮਹਲ ਪਾਇਨ, ਮਤ ਪਰਵਾਨ ਸਚ ਸਾਈ। ਹੈ ਨਾਨਕ, ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਰੰਗੇ ਜਾਂਦੇ ਹਨ, ਉਹੀ ਪਰਮਾਤਮਾ ਦੀ ਹਜ਼ੂਰੀ ਵਿੱਚ ਹਜ਼ੂਰੀ ਪ੍ਰਾਪਤ ਕਰਦੇ ਨੇ ਤੇ ਸਦਾ ਥਿਰ ਪ੍ਰਭੂ ਉਹਨਾਂ ਦੀ ਨਾਮ ਸਿਮਰਨ ਵਾਲੀ ਅਕਲ ਪ੍ਰਵਾਨ ਕਰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਅੱਜ ਦੇ ਪਾਵਨ ਹੁਕਮ ਦੇ ਆਖਰੀ ਵਿਚਾਰ ਕਰਦਿਆਂ ਹੋਇਆਂ, ਬਾਣੀ ਪੜ੍ਹਦਿਆਂ ਹੋਇਆਂ ਦਾਸਰਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਇਤਨੀਆਂ ਕੁ ਬੇਨਤੀਆਂ, ਇਤਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਜੀ। ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ